ਹੈਲੋ ਫਰੈਂਡਸ, ਵੈਲਕਮ ਟੂ ਵੈਬ ਇਕਨੋਮਿਕਸ। ਉਮੀਦ ਹੈ ਤੁਸੀਂ ਸਾਰੇ ਠੀਕ ਹੋ। ਅੱਜ ਤੋਂ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਕੰਜ਼ਿਊਮਰ ਥਿਊਰੀਜ਼, ਕੰਜ਼ਿਊਮਰ ਬਿਹੇਵੀਅਰ ਦੀਆਂ ਥਿਊਰੀਜ਼, ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਡਿਮਾਂਡ ਥਿਊਰੀ ਦੀ। ਡਿਮਾਂਡ ਥਿਊਰੀ ਕੀ ਹੈ, ਇਹਨੂੰ ਕੀ ਫੈਕਟਰਸ ਅਫੈਕਟ ਕਰਦੇ ਨੇ, ਕੀ ਇਹਦੇ ਮੇਨ ਟਾਈਪ ਨੇ, ਇਹ ਆਪਾਂ ਅੱਜ ਦੇ ਲੈਕਚਰ ਵਿੱਚ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਡਿਮਾਂਡ ਕੀ ਹੈ। ਨੋਰਮਲ ਅਗਰ ਆਪਾਂ ਗੱਲ ਕਰੀਏ, ਆਪਾਂ ਆਮ ਭਾਸ਼ਾ ਵਿੱਚ ਜੋ ਗੱਲ ਕਰਦੇ ਹਾਂ, ਆਪਾਂ ਨੂੰ ਲੱਗਦਾ ਆਪਣੀ ਜੋ ਇੱਛਾ ਹੈ ਜਾਂ ਆਪਣੀ ਜੋ ਫਰਮਾਇਸ਼ ਹੈ ਉਹਨੂੰ ਆਪਾਂ ਡਿਮਾਂਡ ਕਹਿੰਦੇ ਆ। ਪਰ ਇਕਨੋਮਿਕਸ ਵਿੱਚ ਇਹ ਥੋੜੀ ਜਿਹੀ ਡਿਫਰੈਂਟ ਹੈ। ਇਕਨੋਮਿਕਸ ਜੋ ਮੇਨ ਇਕਨੋਮਿਸਟ ਨੇ ਜਾਂ ਇਕਨੋਮਿਕਸ ਦੀ ਭਾਸ਼ਾ ਵਿੱਚ ਆਪਾਂ ਗੱਲ ਕਰੀਏ ਤਾਂ ਡਿਜ਼ਾਇਰ, ਵਾਂਟ ਤੇ ਡਿਮਾਂਡ ਤਿੰਨਾਂ ਦਾ ਅਲੱਗ-ਅਲੱਗ ਮਤਲਬ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਆ ਡਿਜ਼ਾਇਰ ਦੀ। ਡਿਜ਼ਾਇਰ ਕੀ ਹੈ? ਤੁਹਾਡੀ ਜੋ ਮਨ ਦੀ ਇੱਛਾ ਹੈ, ਮਨ ਵਿੱਚ ਇੱਕ ਖਿਆਲ ਹੁੰਦਾ ਕਿਸੇ ਚੀਜ਼ ਨੂੰ ਪਾਉਣ ਦਾ, ਉਹ ਕੀ ਹੈ ਜਿਸ ਨੂੰ ਆਪਾਂ ਸੁਪਨਾ ਜਾਂ ਖਿਆਲ ਕਹਿ ਸਕਦੇ ਹਾਂ, ਖੁਆਬ ਕਹਿ ਸਕਦੇ ਹਾਂ। ਉਹ ਹੈ ਕਿ ਅਗਰ ਤੁਸੀਂ ਕੋਈ ਚੀਜ਼ ਲੈਣਾ ਚਾਹੁੰਦੇ ਹੋ ਪਰ ਤੁਹਾਡੇ ਕੋਲ ਉਹਨੂੰ ਖਰੀਦਣ ਲਈ ਪੈਸੇ ਨਹੀਂ ਹੈਗੇ, ਤਾਂ ਸਿਰਫ ਡਿਜ਼ਾਇਰ ਹੈ, ਉਹ ਸਿਰਫ ਤੁਹਾਡੀ ਇੱਕ ਵਿਸ਼ਫੁਲ ਥਿੰਕਿੰਗ ਹੈ, ਸਿਰਫ ਤੁਹਾਡਾ ਇੱਕ ਖੁਆਬ ਹੈ। ਜਿਵੇਂ ਮੰਨ ਲਓ ਕਿ ਤੁਸੀਂ ਮੋਬਾਈਲ ਲੈਣ ਬਾਰੇ ਸੋਚ ਰਹੇ ਹੋ ਪਰ ਤੁਹਾਡੇ ਕੋਲ ਉਹਨੇ ਪੈਸੇ ਨਹੀਂ ਹੈ ਕਿ ਤੁਹਾਡੇ ਕੋਲ ਮੋਬਾਈਲ ਆ ਸਕੇ, ਸੋ ਇਹ ਸਿਰਫ ਇੱਕ ਡਿਜ਼ਾਇਰ ਹੈ। ਸੋ ਨੈਕਸਟ ਕਰਦੇ ਹਾਂ ਵਾਂਟ। ਇੱਛਾ ਕੀ ਹੈ? ਮੰਨ ਲਓ ਕਿ ਤੁਹਾਡੇ ਕੋਲ ਮੋਬਾਈਲ ਲੈਣ ਲਈ ਪੈਸੇ ਵੀ ਹੈਗੇ ਨੇ, ਤੁਹਾਡੇ ਕੋਲ ਇਨਫ ਮਨੀ ਹੈ ਕਿ ਤੁਸੀਂ ਉਸ ਚੀਜ਼ ਨੂੰ ਖਰੀਦ ਸਕੋ, ਪਰ ਤੁਸੀਂ ਫਿਲਹਾਲ ਸੋਚ ਰਹੇ ਹੋ ਕਿ ਨਹੀਂ, ਹਾਲੇ ਨਹੀਂ, ਕੁਝ ਕਿਸੇ ਆਲਟਰਨੇਟਿਵ ਯੂਜ਼, ਕੋਈ ਹੋਰ ਕੰਮ ਪੈ ਗਿਆ, ਉਹਦੇ 'ਤੇ ਪੈਸੇ ਲਗਾਉਣੇ ਨੇ, ਤੇ ਉਹ ਵੀ ਡਿਮਾਂਡ ਨਹੀਂ ਕਹਾਏਗੀ, ਉਹ ਸਿਰਫ ਇੱਕ ਇੱਛਾ ਕਹਾਏਗੀ। ਹੁਣ ਡਿਮਾਂਡ ਕੀ ਹੈ? ਜਦੋਂ ਤੁਹਾਡੀ ਇੱਛਾ ਵੀ ਹੈ ਕੋਈ ਚੀਜ਼ ਖਰੀਦਣ ਦੀ ਅਤੇ ਤੁਹਾਡੇ ਕੋਲ ਉਹਦੇ ਲਈ ਪੈਸੇ ਵੀ ਹੈਗੇ ਨੇ, ਯੂ ਵਾਂਟ ਟੂ ਬਾਏ ਸਮਥਿੰਗ ਐਂਡ ਯੂ ਹੈਵ ਇਨਫ ਮਨੀ, ਸਿਰਫ ਉਦੋਂ ਹੀ ਡਿਮਾਂਡ ਕਹਾਏਗੀ। ਤੁਹਾਡੇ ਹੱਥ 'ਚ ਪੈਸੇ ਵੀ ਹੈਗੇ ਨੇ ਮੋਬਾਈਲ ਲੈਣ ਲਈ ਅਤੇ ਤੁਸੀਂ ਚਾਹੁੰਦੇ ਵੀ ਹੋ ਕਿ ਤੁਹਾਡੇ ਕੋਲ ਮੋਬਾਈਲ ਹੋਏ, ਤੁਸੀਂ ਮੋਬਾਈਲ ਖਰੀਦਣਾ ਚਾਹੁੰਦੇ ਹੋ, ਤੁਸੀਂ ਜਾਓਗੇ ਦੁਕਾਨ 'ਤੇ, ਮੋਬਾਈਲ ਲੈ ਕੇ ਆ ਜਾਓਗੇ, ਉਹ ਤੁਹਾਡੀ ਡਿਮਾਂਡ ਹੈ। ਇਸ ਨੂੰ ਇਕਨੋਮਿਕਸ ਵਿੱਚ ਇਹਨਾਂ ਤਿੰਨਾਂ ਦਾ ਡਿਫਰੈਂਟ ਮਤਲਬ ਹੈ, ਜੋ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਖੁਆਬ ਕੀ ਹੈ, ਇੱਛਾ ਕੀ ਹੈ ਤੇ ਡਿਮਾਂਡ ਕੀ ਹੈ। ਹੁਣ ਥੋੜੀ ਜਿਹੀ ਗੱਲ ਕਰਦੇ ਆਪਾਂ ਡਿਮਾਂਡ ਤੇ ਕੁਆਂਟੀਟੀ ਡਿਮਾਂਡਡ ਵਿੱਚ। ਡਿਮਾਂਡ ਤੇ ਕੁਆਂਟੀਟੀ ਡਿਮਾਂਡਡ ਵਿੱਚ ਫਰਕ ਹੈ। ਹੁਣ ਇੱਥੇ ਤੁਹਾਨੂੰ ਹਾਈਲਾਈਟ ਦਿਖੇਗਾ ਕਿ ਡਿਮਾਂਡ ਦੇ ਵਿੱਚ ਹਾਈਲਾਈਟ ਕੀਤਾ ਹੋਇਆ ਆਲਟਰਨੇਟਿਵ ਪ੍ਰਾਈਸਿਸ, ਤੇ ਕੁਆਂਟੀਟੀ ਡਿਮਾਂਡ ਤੇ ਜੋ ਕੁਆਂਟੀਟੀ ਡਿਮਾਂਡਡ ਹੈ ਉਹਦੇ ਤੇ ਹਾਈਲਾਈਟ ਕੀਤਾ ਹੋਇਆ ਵਨ ਪ੍ਰਾਈਸ। ਹੁਣ ਡਿਮਾਂਡ ਕੀ ਹੈ? ਜਦੋਂ ਵੀ ਕੋਈ ਕੰਜ਼ਿਊਮਰ ਜਾਂ ਜਦੋਂ ਵੀ ਕੋਈ ਖਰੀਦਦਾਰ, ਕੋਈ ਬਾਇਰ ਹੈ, ਜਦੋਂ ਕਿਸੇ ਚੀਜ਼ ਨੂੰ ਇੱਕ ਲਿਮਟਿਡ ਇੱਕ ਪੀਰੀਅਡ ਆਫ ਟਾਈਮ ਉਹਨੂੰ ਮਿਲ ਜਾਏ, ਮੰਨ ਲਓ ਇੱਕ ਦਿਨ ਦੇ ਵਿੱਚ ਅਲੱਗ-ਅਲੱਗ ਪ੍ਰਾਈਸਿਸ 'ਤੇ ਉਹਨੇ ਕੀ ਚੀਜ਼ ਖਰੀਦੀ ਜਾਂ ਕਿੰਨੀ ਚੀਜ਼ ਖਰੀਦੀ, ਉਹ ਹੈ ਡਿਮਾਂਡ। ਮੰਨ ਲਓ ਕਿ ਕੋਈ ਆਈਸਕ੍ਰੀਮ ਵੇਚਣ ਵਾਲਾ ਆਇਆ, ਉਹਨੇ ਕਿਤੇ 2 ਰੁਪਏ ਦੀ ਵੇਚੀ, ਫਿਰ ਉਹਦੇ ਕੋਲ ਆਈਸਕ੍ਰੀਮ ਘੱਟ ਗਈ ਪਰ ਉਹਨੂੰ ਲੱਗਿਆ ਕਿ ਬਹੁਤ ਜ਼ਿਆਦਾ ਗਾਹਕ ਨੇ, ਉਹਨੇ ਅੱਗੇ ਜਾ ਕੇ ਉਹ ਆਈਸਕ੍ਰੀਮ 3 ਰੁਪਏ ਦੀ ਕਰ ਦਿੱਤੀ। ਤਾਂ ਉਹਨਾਂ ਅੱਡ ਪ੍ਰਾਈਸਿਸ 'ਤੇ ਉਹਨੇ ਜਦੋਂ ਉਹ ਚੀਜ਼ ਨੂੰ ਵੇਚਿਆ ਤੇ ਉਹ ਖਰੀਦਣ ਵਾਲੇ ਸੀ ਜੋ ਜਿਨ੍ਹਾਂ ਨੇ ਖਰੀਦੀ, ਉਹ ਡਿਮਾਂਡ ਹੈ। ਪਰ ਹੁਣ ਕੁਆਂਟੀਟੀ ਡਿਮਾਂਡਡ ਦੀ ਗੱਲ ਕਰਦੇ ਹਾਂ। ਕੁਆਂਟੀਟੀ ਡਿਮਾਂਡਡ ਹੈ ਕਿ ਕਿਸੇ ਇੱਕ ਪ੍ਰਾਈਸ 'ਤੇ ਚੀਜ਼ ਕਿਸੇ ਸਪੈਸੀਫਿਕ ਅਮਾਊਂਟ ਨੂੰ ਲੈਣਾ। ਮੰਨ ਲਓ ਕਿ 1 ਕਿਲੋ ਚਾਵਲ ਤੁਸੀਂ 60 ਰੁਪਏ ਦੇ ਜਾਂ 80 ਰੁਪਏ ਦੇ ਲੈ ਰਹੇ ਹੋ, ਤਾਂ ਉਸ ਜੋ ਪ੍ਰਾਈਸ ਨੂੰ ਲੈਣਾ, ਉਹ ਕੁਆਂਟੀਟੀ ਡਿਮਾਂਡਡ ਹੈ ਕਿ ਪ੍ਰਾਈਸ ਉਹਦਾ ਇੱਕ ਹੈ, ਉਹਨੇ ਤੁਹਾਡੇ 'ਤੇ ਡਿਪੈਂਡ ਹੈ ਕਿ ਤੁਸੀਂ ਕਿੰਨੀ ਚੀਜ਼ ਲੈਣੀ ਹੈ, ਕਿੰਨੀ ਉਸ ਚੀਜ਼ ਦੀ ਤੁਸੀਂ ਕੰਜ਼ਿਊਮ ਕਰ ਸਕਦੇ ਹੋ, ਕਿੰਨੀ ਕੰਜ਼ਿਊਮ ਕਰਨੀ ਹੈ, ਉਸ ਹਿਸਾਬ ਨਾਲ ਤੁਸੀਂ ਚੀਜ਼ ਲਓਗੇ, ਉਹ ਹੈ ਕੁਆਂਟੀਟੀ ਡਿਮਾਂਡਡ। ਇਹਨਾਂ ਦੇ ਜੋ ਡਿਫਰੈਂਸ ਹੈ ਉਹ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ। ਦੁਬਾਰਾ ਸੁਣ ਲਓ ਕਿ ਡਿਮਾਂਡ ਹੈ ਕਿਸੇ ਅਲੱਗ-ਅਲੱਗ ਪ੍ਰਾਈਸਿਸ 'ਤੇ ਕਿਸੇ ਇੱਕ ਗਿਵਨ ਪੀਰੀਅਡ ਆਫ ਟਾਈਮ ਵਿੱਚ ਜੋ ਡਿਮਾਂਡ ਕੀਤੀ ਜਾਂਦੀ ਹੈ, ਉਹ ਹੈ ਡਿਮਾਂਡ। ਪਰ ਜੋ ਕੁਆਂਟੀਟੀ ਡਿਮਾਂਡਡ ਹੈ, ਕੁਆਂਟੀਟੀ ਡਿਮਾਂਡਡ ਦਾ ਮਤਲਬ ਹੈ ਕਿ ਕਿਸੇ ਇੱਕ ਪ੍ਰਾਈਸ 'ਤੇ ਕਿਸੇ ਸਪੈਸੀਫਿਕ ਅਮਾਊਂਟ ਨੂੰ ਬਾਏ ਕਰਨਾ, ਉਹਨੂੰ ਲੈਣ ਦੀ ਇੱਛਾ ਹੋਣਾ, ਉਹ ਹੈ ਕੁਆਂਟੀਟੀ ਡਿਮਾਂਡਡ। ਠੀਕ ਹੈ। ਨੈਕਸਟ ਆਪਾਂ ਦੇਖਦੇ ਹਾਂ ਕਿ ਜੋ ਬੀਆਰ ਸ਼ਿਲਰ ਨੇ ਉਹ ਇਹਦੇ ਬਾਰੇ ਕੀ ਕਹਿ ਰਹੇ ਨੇ ਕਿ ਡਿਮਾਂਡ ਕੀ ਹੈ। ਉਹ ਕਹਿੰਦੇ ਨੇ ਡਿਮਾਂਡ ਇਜ਼ ਦਾ ਅਬਿਲਿਟੀ ਐਂਡ ਵਿਲਿੰਗਨੈਸ ਟੂ ਬਾਏ ਸਪੈਸੀਫਿਕ ਕੁਆਂਟਿਟੀ ਆਫ ਏ ਗੁੱਡ ਐਟ ਆਲਟਰਨੇਟਿਵ ਪ੍ਰਾਈਸਿਸ ਇਨ ਏ ਗਿਵਨ ਟਾਈਮ ਪੀਰੀਅਡ ਸੀਟਰਸ ਪੈਰੀਬਸ। ਸੇਮ ਉਹੀ ਚੀਜ਼ ਕਿ ਉਹ ਕਹਿੰਦੇ ਨੇ ਕਿ ਡਿਮਾਂਡ ਹੈ ਜੋ ਅਬਿਲਿਟੀ ਹੈ, ਖਰੀਦਣ ਦੀ ਜੋ ਤਾਕਤ ਹੈ ਅਤੇ ਇੱਛਾ ਹੈ। ਜਦੋਂ ਉਹ ਕਿਸੇ ਚੀਜ਼ ਨੂੰ ਆਪਾਂ ਖਰੀਦਣ ਬਾਰੇ ਸੋਚਦੇ ਹਾਂ ਤੇ ਆਪਣੇ ਕੋਲ ਪੈਸੇ ਵੀ ਹੈਗੇ ਨੇ, ਇੱਕ ਆਪਣੇ ਕੋਲ ਟਾਈਮ ਪੀਰੀਅਡ ਹੈ ਕਿ ਆਪਾਂ ਕਿੰਨੇ ਟਾਈਮ ਵਿੱਚ ਲੈ ਸਕਦੇ ਹਾਂ ਜਾਂ ਕਿੰਨੇ ਟਾਈਮ ਵਿੱਚ ਲੈਣੀ ਹੈ। ਗਿਵਨ ਟਾਈਮ ਕੀ ਹੈ? 1 ਦਿਨ ਦਾ ਹੈ, 1 ਮਹੀਨੇ ਦਾ, 1 ਹਫ਼ਤੇ ਦਾ। ਉਹ ਬਾਕੀ ਚੀਜ਼ਾਂ ਕੌਨਸਟੈਂਟ। ਇੱਥੇ ਜੋ ਵਰਡ ਯੂਜ਼ ਕੀਤਾ ਸੀਟਰਸ ਪੈਰੀਬਸ, ਮਤਲਬ ਕਿ ਬਾਕੀ ਚੀਜ਼ਾਂ ਕੌਨਸਟੈਂਟ, ਤੁਹਾਡੀ ਇਨਕਮ ਨੂੰ ਨਹੀਂ ਦੇਖਿਆ ਜਾਏਗਾ, ਕਿ ਪ੍ਰਾਈਸਿਸ ਨੇ ਉਹਨਾਂ ਨਹੀਂ ਦੇਖਿਆ ਜਾਏਗਾ, ਸਾਰਾ ਕੁਝ ਕੌਨਸਟੈਂਟ ਰੱਖ ਕੇ ਤੁਹਾਡੀ ਇੱਛਾ ਹੈ, ਤੁਹਾਡੇ ਕੋਲ ਇਨਫ ਮਨੀ ਹੈ, ਤੁਸੀਂ ਉਸ ਚੀਜ਼ ਨੂੰ ਖਰੀਦਣਾ ਚਾਹੁੰਦੇ ਹੋ, ਉਹ ਹੈ ਡਿਮਾਂਡ।
सो बेसिकली जो डिमांड है, डिमांड इज़ बेसिकली रेफर्स टू रिलेशनशिप बिटवीन प्राइस एंड क्वांटिटी डिमांडेड। किसी भी चीज़ ਦੇ प्राइस ਤੇ ਉਹਦੀ ਕੀ ਕੁਆਂਟੀਟੀ ਦੀ ਡਿਮਾਂਡ ਹੈ, ਉਹਦਾ ਜੋ ਰਿਲੇਸ਼ਨ ਹੈ ਉਹ ਡਿਮਾਂਡ ਹੈ। ਨੈਕਸਟ ਆਪਾਂ ਦੇਖਦੇ ਹਾਂ ਕਿ ਟਾਈਪਸ ਕੀ ਨੇ ਡਿਮਾਂਡ ਦੀਆਂ। ਡਿਮਾਂਡ ਕਿਹੜੇ ਕਿਹੜੇ ਟਾਈਪ, ਕਿਹੜੇ ਕਿਹੜੇ ਫੈਕਟਰਸ ਉਹਨੂੰ ਅਫੈਕਟ ਕਰਦੇ ਨੇ, ਆਪਾਂ ਇਹ ਦੇਖਦੇ ਹਾਂ ਨੈਕਸਟ। ਸੋ ਇੱਥੇ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਪ੍ਰਾਈਸ ਡਿਮਾਂਡ ਦੀ। ਪ੍ਰਾਈਸ ਡਿਮਾਂਡ ਕੀ ਹੈ, ਹੁਣ ਇਹਨੂੰ ਦੇਖੋ ਸਿੰਪਲ ਲੈਂਗੁਏਜ ਵਿੱਚ, ਨੋਟਡ ਚੇਂਜ ਇਨ ਕੁਆਂਟੀਟੀ ਡਿਮਾਂਡਡ ਡਿਊ ਟੂ ਚੇਂਜ ਇਨ ਇਟਸ ਓਨ ਪ੍ਰਾਈਸ ਸੀਟਰਸ ਪੈਰੀਬਸ। ਸੇਮ ਇੱਥੇ ਉਹੀ ਵਰਡ ਯੂਜ਼ ਹੋਇਆ ਸੀਟਰਸ ਪੈਰੀਬਸ, ਜਿਹਦਾ ਮਤਲਬ ਹੁੰਦਾ ਹੈ ਅਦਰ ਥਿੰਗਸ ਰਿਮੇਨ ਕੌਨਸਟੈਂਟ। ਨੋਟਡ ਚੇਂਜ ਕਿਸੇ ਵੀ ਚੀਜ਼ ਦੀ ਕੁਆਂਟੀਟੀ ਨੂੰ ਡਿਮਾਂਡ ਕਰਨ ਵਿੱਚ ਜੋ ਚੇਂਜ ਨੋਟ ਕੀਤਾ ਗਿਆ ਹੈ, ਕਾਹਦੇ ਕਾਰਨ, ਕਿਸ ਕਾਰਨ ਚੇਂਜ ਹੋਇਆ ਉਹਦੀ ਡਿਮਾਂਡ ਵਿੱਚ, ਪ੍ਰਾਈਸ ਚੇਂਜ ਹੋਣ ਕਰਕੇ। ਜਿਸ ਚੀਜ਼ ਨੂੰ ਖਰੀਦ ਰਹੇ ਆ ਉਸੇ ਚੀਜ਼ ਦਾ ਪ੍ਰਾਈਸ ਜਦੋਂ ਚੇਂਜ ਹੋਇਆ ਤੇ ਜੋ ਡਿਮਾਂਡ ਵਿੱਚ ਚੇਂਜ ਨੋਟ ਕੀਤਾ ਗਿਆ, ਬਾਕੀ ਚੀਜ਼ਾਂ ਨੂੰ ਕੌਨਸਟੈਂਟ ਰੱਖ ਕੇ, ਉਹ ਹੈ ਪ੍ਰਾਈਸ ਡਿਮਾਂਡ। ਮੰਨ ਲਓ ਉਸੇ ਤਰ੍ਹਾਂ ਕਿ ਮੋਬਾਈਲ ਲੈ ਰਹੇ ਹੋ ਤੁਸੀਂ, ਪਹਿਲਾਂ ਤੁਸੀਂ 5000 ਦਾ ਮੋਬਾਈਲ ਲੈਣਾ ਸੀ, ਹੁਣ ਉਹ ਮੋਬਾਈਲ 6000 ਦਾ ਹੋ ਗਿਆ। ਅਗਰ 5000 ਦਾ ਹੁੰਦਾ ਤਾਂ ਤੁਸੀਂ 2 ਮੋਬਾਈਲ ਲੈਣੇ ਸੀ, ਹੁਣ ਉਹ 6000 ਦਾ ਹੋ ਗਿਆ ਜਾਂ 8000 ਦਾ ਹੋ ਗਿਆ, ਉਹਦਾ ਪ੍ਰਾਈਸ ਇਨਕਰੀਜ਼ ਹੋ ਗਿਆ। ਉਹਦਾ ਜਦੋਂ ਪ੍ਰਾਈਸ ਇਨਕਰੀਜ਼ ਹੋਏਗਾ, ਪ੍ਰਾਈਸ ਜਦੋਂ ਇਨਕਰੀਜ਼ ਹੋਏਗਾ ਡਿਮਾਂਡ ਘਟ ਜਾਏਗੀ। ਡਿਮਾਂਡ ਜਦੋਂ ਘਟੇਗੀ, ਇਸ ਰਿਲੇਸ਼ਨ ਨੂੰ ਪ੍ਰਾਈਸ ਡਿਮਾਂਡ ਕਿਹਾ ਜਾਂਦਾ ਹੈ। ਇਸ ਨੂੰ ਆਪਾਂ ਅਲਜੈਬਰਿਕਲੀ ਕਿਵੇਂ ਕਹਿ ਸਕਦੇ ਹਾਂ, ਡਿਮਾਂਡ ਆਫ ਗੁੱਡ ਐਕਸ ਇਜ਼ ਫੰਕਸ਼ਨ ਆਫ ਪ੍ਰਾਈਸ ਆਫ ਗੁੱਡ ਐਕਸ। ਮਤਲਬ ਕਿ ਜਿਸ ਚੀਜ਼ ਦੀ ਡਿਮਾਂਡ ਦੀ ਆਪਾਂ ਗੱਲ ਕਰ ਰਹੇ ਹਾਂ, ਜਦੋਂ ਉਸੇ ਦੇ ਪ੍ਰਾਈਸ ਦੇ ਵਿੱਚ ਚੇਂਜ ਹੋਏਗਾ ਤੇ ਉਹਦੇ ਕਾਰਨ ਜੋ ਡਿਮਾਂਡ ਚੇਂਜ ਹੋਏਗੀ, ਉਸ ਨੂੰ ਕਿਹਾ ਜਾਂਦਾ ਹੈ ਪ੍ਰਾਈਸ ਡਿਮਾਂਡ। ਇਹ ਜੋ ਰਿਲੇਸ਼ਨ ਹੈ ਲਾ ਆਫ ਡਿਮਾਂਡ ਨੂੰ ਰਿਪਰੈਜ਼ੈਂਟ ਕਰਦਾ ਹੈ, ਲਾ ਆਫ ਡਿਮਾਂਡ ਬਾਰੇ ਦੱਸਦਾ, ਜਿਹਦੇ ਬਾਰੇ ਆਪਾਂ ਨੈਕਸਟ ਲੈਕਚਰ ਵਿੱਚ ਇਲੈਬੋਰੇਟ ਕਰਾਂਗੇ, ਖੁੱਲ੍ਹ ਕੇ ਉਹਦੇ ਬਾਰੇ ਗੱਲ ਕਰਾਂਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਉਹਦੀ ਨੈਕਸਟ ਟਾਈਪ, ਇਨਕਮ ਡਿਮਾਂਡ। ਇਨਕਮ ਡਿਮਾਂਡ ਕੀ ਰਿਪਰੈਜ਼ੈਂਟ ਕਰਦੀ ਹੈ, ਨੋਟਡ ਚੇਂਜ ਹੈ ਜੋ ਡਿਮਾਂਡ ਵਿੱਚ ਜੋ ਚੇਂਜ ਹੁੰਦਾ ਹੈ, ਕਾਹਦੇ ਕਰਕੇ, ਜੋ ਕੰਜ਼ਿਊਮਰ ਹੈ ਜਾਂ ਜੋ ਬਾਇਰ ਹੈ, ਜਦੋਂ ਉਹਦੀ ਇਨਕਮ ਚੇਂਜ ਹੋ ਜਾਂਦੀ ਹੈ ਤਾਂ ਜਦੋਂ ਉਹਦੇ ਵਿੱਚ ਉਹਦੇ ਕਾਰਨ ਇਨਕਮ ਚੇਂਜ ਹੋਣ ਕਰਕੇ ਜਦੋਂ ਡਿਮਾਂਡ ਵਿੱਚ ਚੇਂਜ ਹੁੰਦਾ ਹੈ ਤਾਂ ਉਸ ਨੂੰ ਇਨਕਮ ਡਿਮਾਂਡ ਕਿਹਾ ਜਾਂਦਾ ਹੈ। ਡਿਮਾਂਡ ਜੋ ਐਕਸ ਹੈ ਉਹ ਫੰਕਸ਼ਨ ਹੈ ਵਾਈ। ਵਾਈ ਮਤਲਬ ਇੱਥੇ ਕੀ ਹੈ, ਇਨਕਮ। ਹੁਣ ਮੰਨ ਲਓ ਕਿ ਕਿਸੇ ਵੀ ਤੁਹਾਡੀ ਇਨਕਮ ਹੈ, ਤੁਹਾਡੀ ਇਨਕਮ ਪਹਿਲਾਂ 10000 ਸੀ, ਤੁਸੀਂ ਜੋ ਚੀਜ਼ਾਂ ਲੈ ਰਹੇ ਸੀ ਉਹ ਘੱਟ ਲੈ ਰਹੇ ਸੀਗੇ, ਹੁਣ ਤੁਹਾਡੀ ਨੈਕਸਟ ਮੰਥ ਤੁਹਾਡੀ ਇਨਕਮ 15000 ਜਾਂ 20000 ਹੋ ਜਾਂਦੀ ਹੈ, ਤਾਂ ਤੁਹਾਡੇ ਜੋ ਵੀ ਨਾਰਮਲ ਚੀਜ਼ਾਂ ਤੁਸੀਂ ਜੋ ਖਰੀਦਣਾ ਚਾਹੁੰਦੇ ਸੀ, ਉਹਨਾਂ ਦੀ ਜੋ ਡਿਮਾਂਡ ਹੈ ਉਹ ਵੱਧ ਜਾਏਗੀ। ਮਤਲਬ ਕਿ ਤੁਹਾਡੀ ਇਨਕਮ ਵਧਣ ਨਾਲ ਤੁਹਾਡੀ ਡਿਮਾਂਡ ਵਧੇਗੀ, ਜਾਂ ਤੁਸੀਂ ਜੋ ਪਹਿਲਾਂ ਜੋ ਘਟੀਆ ਚੀਜ਼ ਖਰੀਦ ਰਹੇ ਸੀ ਕਿਉਂਕਿ ਤੁਹਾਡੀ ਇਨਕਮ ਘੱਟ ਸੀ, ਹੁਣ ਉਹਦੀ ਜਗ੍ਹਾ 'ਤੇ ਤੁਸੀਂ ਵਧੀਆ ਚੀਜ਼ ਖਰੀਦਣ ਲੱਗ ਜਾਓਗੇ। ਪਰ ਉਸ ਜੋ ਘਟੀਆ ਚੀਜ਼ ਨੂੰ ਤੁਸੀਂ ਖਰੀਦ ਰਹੇ ਸੀ, ਤੁਹਾਡੀ ਇਨਕਮ ਵਧਣ ਕਰਕੇ ਉਹਦੇ 'ਤੇ ਨੈਗੇਟਿਵ ਇਫੈਕਟ ਪਿਆ। ਇਹਦੇ ਬਾਰੇ ਵੀ ਆਪਾਂ ਨੈਕਸਟ ਫੈਕਟਰਸ ਵਿੱਚ ਗੱਲ ਕਰਦੇ ਹਾਂ ਖੁੱਲ੍ਹ ਕੇ। ਇਸ ਨੂੰ ਇਨਕਮ ਡਿਮਾਂਡ ਕਿਹਾ ਜਾਂਦਾ ਹੈ। ਮਤਲਬ ਕਿਸੇ ਵਿਅਕਤੀ ਦੀ ਜਾਂ ਕਿਸੇ ਕੰਜ਼ਿਊਮਰ ਜਾਂ ਕਿਸੇ ਬਾਇਰ ਦੀ ਜਦੋਂ ਇਨਕਮ ਚੇਂਜ ਹੁੰਦੀ ਹੈ, ਉਹਦੇ ਕਰਕੇ ਜਦੋਂ ਡਿਮਾਂਡ 'ਤੇ ਇਫੈਕਟ ਪੈਂਦਾ ਤਾਂ ਉਸ ਨੂੰ ਇਨਕਮ ਡਿਮਾਂਡ ਕਿਹਾ ਜਾਂਦਾ ਹੈ। ਇਸ ਨੂੰ ਆਪਾਂ ਅਲਜੈਬਰਿਕਲੀ ਪੜ੍ਹ ਸਕਦੇ ਹਾਂ, ਡਿਮਾਂਡ ਆਫ ਐਕਸ ਇਜ਼ ਫੰਕਸ਼ਨ ਆਫ ਵਾਈ। ਹੁਣ ਵਾਈ ਕੀ ਹੈ, ਵਾਈ ਦਾ ਮਤਲਬ ਹੈ ਇਨਕਮ। ਨੈਕਸਟ ਆਪਾਂ ਗੱਲ ਕਰਦੇ ਹਾਂ ਕ੍ਰੋਸ ਡਿਮਾਂਡ ਦੀ। ਕ੍ਰੋਸ ਡਿਮਾਂਡ ਕੀ ਹੈ, ਕ੍ਰੋਸ ਡਿਮਾਂਡ ਦਾ ਮਤਲਬ ਹੈ ਕਿ ਮੰਨ ਲਓ ਕੋਈ ਇੱਕ ਚੀਜ਼ ਹੈ, ਉਹਦਾ ਪ੍ਰਾਈਸ ਵੱਧ ਗਿਆ ਹੈ ਤੇ ਉਹਦਾ ਇਫੈਕਟ ਦੂਸਰੇ ਚੀਜ਼ ਦੀ ਡਿਮਾਂਡ 'ਤੇ ਪੈ ਗਿਆ। ਕਿਸੇ ਵੀ ਇੱਕ ਚੀਜ਼ ਦੇ ਪ੍ਰਾਈਸ ਵਿੱਚ ਇਫੈਕਟ ਚੇਂਜ ਹੋਣ ਕਰਕੇ ਜਦੋਂ ਦੂਸਰੀ ਚੀਜ਼ ਦੇ ਡਿਮਾਂਡ 'ਤੇ ਇਫੈਕਟ ਪੈਂਦਾ ਤਾਂ ਉਸਨੂੰ ਕ੍ਰੋਸ ਡਿਮਾਂਡ ਕਿਹਾ ਜਾਂਦਾ ਹੈ। ਇਹਦੇ ਵਿੱਚ ਤੁਸੀਂ ਦੇਖੋਗੇ ਇਹਨੂੰ ਅਲਜੈਬਰਿਕਲੀ ਇਸ ਤਰ੍ਹਾਂ ਪੜ੍ਹਿਆ ਜਾ ਸਕਦਾ ਹੈ, ਡਿਮਾਂਡ ਆਫ ਐਕਸ ਗੁੱਡ ਇਜ਼ ਫੰਕਸ਼ਨ ਆਫ ਪ੍ਰਾਈਸ ਆਫ ਵਾਈ ਗੁੱਡ। ਮਤਲਬ ਕਿ ਪ੍ਰਾਈਸ ਚੇਂਜ ਹੋਇਆ ਕਿਸੇ ਇੱਕ ਚੀਜ਼ ਦਾ, ਪਰ ਡਿਮਾਂਡ ਵਿੱਚ ਫਰਕ ਪਿਆ ਕਿਸੇ ਦੂਸਰੀ ਚੀਜ਼ ਦੇ। ਸੋ ਇਹ ਕ੍ਰੋਸ ਡਿਮਾਂਡ ਹੈ, ਇਸ ਨੂੰ ਕ੍ਰੋਸ ਡਿਮਾਂਡ ਕਿਹਾ ਜਾ ਸਕਦਾ ਹੈ। ਇਹਦੇ ਬਾਰੇ ਵੀ ਆਪਾਂ ਇਹਦੇ ਜੋ ਫੈਕਟਰਸ ਨੇ, ਡਿਟਰਮੀਨੈਂਟਸ ਨੇ, ਉਹਨਾਂ ਬਾਰੇ ਆਪਾਂ ਖੁੱਲ੍ਹ ਕੇ ਗੱਲ ਕਰਦੇ ਹਾਂ। ਨੈਕਸਟ ਹੈ ਡਿਮਾਂਡ ਫੰਕਸ਼ਨ, ਜਿਹਦੇ ਵਿੱਚ ਆਪਾਂ ਫੈਕਟਰ ਅਫੈਕਟਿੰਗ ਜੋ ਆਪਾਂ ਟਾਈਪਸ ਪੜ੍ਹੇ, ਇਹਨਾਂ ਬਾਰੇ ਖੁੱਲ੍ਹ ਕੇ ਗੱਲ ਕਰਾਂਗੇ। ਕੀ ਫੈਕਟਰਸ ਨੇ ਜੋ ਡਿਮਾਂਡ ਨੂੰ ਅਫੈਕਟ ਕਰਦੇ ਨੇ। ਸਭ ਤੋਂ ਪਹਿਲਾਂ ਪ੍ਰਾਈਸ ਆਫ ਐਕਸ, ਜਿਸ ਗੁੱਡ ਦੀ ਆਪਾਂ ਗੱਲ ਕਰ ਰਹੇ ਹਾਂ, ਜਿਸ ਵੀ ਚੀਜ਼ ਨੂੰ ਡਿਮਾਂਡ ਦੀ ਗੱਲ ਕਰ ਰਹੇ ਹਾਂ, ਉਹਦੇ ਪ੍ਰਾਈਸ ਵਿੱਚ ਜੋ ਚੇਂਜ ਹੋਏਗਾ, ਉਹਦੇ ਕਰਕੇ ਜੋ ਡਿਮਾਂਡ ਵਿੱਚ ਚੇਂਜ ਹੋਏਗਾ, ਉਸ ਨੂੰ ਕਿਹਾ ਜਾਂਦਾ ਹੈ ਪ੍ਰਾਈਸ ਆਫ, ਉਹਦੇ ਪ੍ਰਾਈਸ ਦਾ ਇਫੈਕਟ ਪਏਗਾ। ਉਸ ਤੋਂ ਬਾਅਦ ਹੈ ਪ੍ਰਾਈਸ ਆਫ ਰਿਲੇਟਿਡ ਗੁੱਡ। ਕਿਸੇ ਵੀ ਜੋ ਸੰਬੰਧਿਤ ਚੀਜ਼ ਹੈ ਉਹਦੇ ਪ੍ਰਾਈਸ ਵਿੱਚ ਚੇਂਜ ਹੋਣ ਕਰਕੇ ਜਦੋਂ ਡਿਮਾਂਡ ਵਿੱਚ ਚੇਂਜ ਹੁੰਦਾ ਹੈ ਤਾਂ ਉਹ ਵੀ ਅਫੈਕਟ ਕਰਦਾ ਹੈ। ਕਿਸੇ ਕੰਜ਼ਿਊਮਰ ਦੀ ਇਨਕਮ ਕਰਕੇ ਵੀ ਫਰਕ ਪੈਂਦਾ ਹੈ। ਟੇਸਟ ਐਂਡ ਪ੍ਰੈਫਰੈਂਸ ਕੀ ਨੇ, ਜੋ ਵਿਅਕਤੀ ਡਿਮਾਂਡ ਕਰ ਰਿਹਾ ਉਹਦਾ ਵੀ ਫਰਕ ਪੈਂਦਾ ਹੈ। ਫਿਊਚਰ ਵਿੱਚ ਕੀ ਪ੍ਰਾਈਸਿਸ ਹੋਣਗੇ, ਇਹ ਐਕਸਪੈਕਟੇਸ਼ਨਸ ਹੁੰਦੀਆਂ ਨੇ ਜੋ ਉਹ ਵੀ ਡਿਪੈਂਡ ਕਰਦਾ ਹੈ।
ਪੋਪੂਲੇਸ਼ਨ ਕੀ ਹੈ, ਸਾਈਜ਼ ਆਫ ਪੋਪੂਲੇਸ਼ਨ ਕੀ ਹੈ, ਕੰਪੋਜੀਸ਼ਨ ਕੀ ਹੈ ਪੋਪੂਲੇਸ਼ਨ ਦੀ, ਉਹ ਵੀ ਅਫੈਕਟ ਕਰਦੀ ਹੈ। ਹੁਣ ਨੈਕਸਟ ਜੋ ਡਿਸਟ੍ਰੀਬਿਊਸ਼ਨ ਹੈ ਇਨਕਮ ਦਾ, ਕਿ ਪੂਰੀ ਸੁਸਾਇਟੀ ਦੇ ਵਿੱਚ ਕਿਸ ਤਰ੍ਹਾਂ ਦਾ ਡਿਸਟ੍ਰੀਬਿਊਸ਼ਨ ਹੈ, ਕਿ ਉਹ ਜੋ ਸਮਾਨਤਾ ਦੇ ਆਧਾਰ 'ਤੇ ਜੋ ਵੰਡ ਕੀਤੀ ਗਈ ਹੈ ਆਮਦਨ ਦੀ, ਜਾਂ ਫਿਰ ਅਸਮਾਨ ਵੰਡ ਕੀਤੀ ਗਈ ਹੈ। ਸੋ ਇਹ ਸਾਰੀਆਂ ਚੀਜ਼ਾਂ ਅਫੈਕਟ ਕਰਦੀਆਂ ਨੇ ਕਿਸੇ ਵੀ ਚੀਜ਼ ਦੀ ਡਿਮਾਂਡ ਨੂੰ, ਜਿਨ੍ਹਾਂ ਬਾਰੇ ਆਪਾਂ ਖੁੱਲ੍ਹ ਕੇ ਅੱਗੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਜੋ ਅਫੈਕਟ ਕਰਦੀ ਹੈ ਚੀਜ਼ ਜੋ ਕਿਸੇ ਵੀ ਚੀਜ਼ ਦੀ ਡਿਮਾਂਡ ਨੂੰ ਹੈ, ਉਸੇ ਚੀਜ਼ ਦਾ ਪ੍ਰਾਈਸ। ਅਗਰ ਕਿਸੇ ਚੀਜ਼ ਦਾ ਪ੍ਰਾਈਸ ਵੱਧ ਜਾਂਦਾ ਹੈ ਤਾਂ ਉਹਦੀ ਡਿਮਾਂਡ ਘੱਟ ਜਾਂਦੀ ਹੈ, ਅਗਰ ਉਹਦਾ ਪ੍ਰਾਈਸ ਘੱਟ ਜਾਂਦਾ ਹੈ ਤਾਂ ਡਿਮਾਂਡ ਵੱਧ ਜਾਂਦੀ ਹੈ। ਹਾਂ, ਇਹਦੀਆਂ ਕੁਝ ਐਕਸੈਪਸ਼ਨਸ ਵੀ ਹੁੰਦੀਆਂ ਨੇ ਜਿਹਦੇ ਬਾਰੇ ਆਪਾਂ ਲਾ ਆਫ ਡਿਮਾਂਡ ਵਿੱਚ ਗੱਲ ਕਰਾਂਗੇ, ਪਰ ਪ੍ਰਾਈਸ ਉਸ ਚੀਜ਼ ਦਾ ਬਹੁਤ ਇਫੈਕਟ ਕਰਦਾ ਹੈ, ਬਹੁਤ ਉਹਨੂੰ ਚੇਂਜ ਕਰਦਾ ਹੈ ਡਿਮਾਂਡ ਨੂੰ। ਮੰਨ ਲਓ ਕਿ ਪਿਆਜ਼ਾਂ ਦੇ ਰੇਟ ਜਦੋਂ ਵੱਧ ਜਾਂਦੇ ਨੇ ਤਾਂ ਉਹਨਾਂ ਦੀ ਡਿਮਾਂਡ ਘਟਣ ਲੱਗ ਜਾਂਦੀ ਹੈ, ਉਹੀ ਅਗਰ ਪਿਆਜ਼ਾਂ ਦੇ ਰੇਟ ਘਟ ਜਾਂਦੇ ਨੇ ਤਾਂ ਉਹਨਾਂ ਦੀ ਡਿਮਾਂਡ ਵਧਣ ਲੱਗ ਜਾਂਦੀ ਹੈ। ਸੋ ਜੋ ਮੇਨਲੀ ਜੋ ਪ੍ਰਾਈਸ ਤੇ ਜੋ ਕੁਆਂਟੀਟੀ ਡਿਮਾਂਡਡ ਵਿੱਚ ਚੇਂਜ ਹੁੰਦਾ ਉਹ ਇਨਵਰਸ ਰਿਲੇਸ਼ਨ ਹੁੰਦਾ ਦੋਨਾਂ ਦਾ, ਪਰ ਇਹਦੀਆਂ ਕੁਝ ਐਕਸੈਪਸ਼ਨਸ ਵੀ ਹੈਗੀਆਂ ਨੇ ਜਿਨ੍ਹਾਂ ਬਾਰੇ ਆਪਾਂ ਲਾ ਆਫ ਡਿਮਾਂਡ ਵਿੱਚ ਗੱਲ ਕਰਾਂਗੇ। ਨੈਕਸਟ ਕੀ ਹੈ, ਰਿਲੇਟਡ ਗੁੱਡ ਦਾ ਪ੍ਰਾਈਸ ਵੀ ਬਹੁਤ ਇਫੈਕਟ ਕਰਦਾ ਹੈ। ਇਹਦੇ ਵਿੱਚ ਕੋਈ ਸੰਬੰਧਿਤ ਚੀਜ਼ ਹੈ, ਜਿਵੇਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਬਸਟੀਟਿਊਟ ਗੁੱਡ ਦੀ। ਸਬਸਟੀਟਿਊਟ ਗੁੱਡ ਹੁੰਦਾ ਹੈ, ਸਬਸਟੀਟਿਊਟ ਗੁੱਡ ਦਾ ਮਤਲਬ ਹੁੰਦਾ ਹੈ ਕਿਸੇ ਇੱਕ ਚੀਜ਼ ਲਈ ਕਿਸੇ ਦੂਸਰੀ ਚੀਜ਼ ਨੂੰ ਵਰਤਿਆ ਜਾਣਾ। ਅਗਰ ਕੋਈ ਇੱਕ ਚੀਜ਼ ਨਹੀਂ ਹੈ ਤੁਹਾਡੇ ਕੋਲ, ਉਹਦੀ ਜਗ੍ਹਾ 'ਤੇ ਤੁਸੀਂ ਕਿਸੇ ਦੂਸਰੀ ਚੀਜ਼ ਨੂੰ ਵਰਤ ਲੈਂਦੇ ਹੋ। ਮੰਨ ਲਓ ਕਿ ਸਬਜ਼ੀ ਲਈ ਤੁਹਾਡੇ ਕੋਲ ਘਿਓ ਨਹੀਂ ਹੈ, ਘੀ ਨਹੀਂ ਹੈ, ਅਤੇ ਤੁਸੀਂ ਉਹਦੀ ਜਗ੍ਹਾ 'ਤੇ ਆਇਲ ਯੂਜ਼ ਕਰ ਲੈਂਦੇ ਹੋ, ਜਾਂ ਤੁਹਾਡੇ ਕੋਲ ਆਇਲ ਨਹੀਂ ਹੈ ਉਹਦੀ ਜਗ੍ਹਾ 'ਤੇ ਤੁਸੀਂ ਘਿਓ ਯੂਜ਼ ਕਰ ਲੈਂਦੇ ਹੋ, ਤਾਂ ਉਹ ਜੋ ਉਸ ਨੂੰ ਸਬਸਟੀਟਿਊਟ ਗੁੱਡ ਦਾ ਨਾਮ ਦਿੱਤਾ ਜਾ ਸਕਦਾ ਹੈ। ਜਦੋਂ ਇੱਕ ਚੀਜ਼ ਦੇ ਪ੍ਰਾਈਸ ਵਿੱਚ ਘਾਟਾ ਜਾਂ ਵਾਧਾ ਹੁੰਦਾ ਤਾਂ ਉਹਦੇ ਸਬਸਟੀਟਿਊਟ 'ਤੇ ਕੀ ਅਸਰ ਪੈਂਦਾ ਹੈ। ਮੰਨ ਲਓ ਇਹਨਾਂ ਦੋਨਾਂ ਦਾ ਪੋਜ਼ੀਟਿਵ ਰਿਲੇਸ਼ਨ ਹੁੰਦਾ ਹੈ, ਪ੍ਰਾਈਸ ਦਾ ਕਿਸੇ ਦੂਸਰੀ ਚੀਜ਼ ਦੇ ਪ੍ਰਾਈਸ ਦਾ ਅਤੇ ਉਹਦੀ ਸਬਸਟੀਟਿਊਟ ਦਾ ਹਮੇਸ਼ਾ ਪੋਜ਼ੀਟਿਵ ਰਿਲੇਸ਼ਨ ਹੁੰਦਾ ਹੈ। ਉਹ ਕਿਸ ਤਰ੍ਹਾਂ ਹੁੰਦਾ ਹੈ, ਮੰਨ ਲਓ ਕਿ ਦੇਸੀ ਘੀ ਦੇ ਰੇਟ ਵੱਧ ਜਾਂਦੇ ਨੇ ਤਾਂ ਉਹਦੀ ਜਗ੍ਹਾ 'ਤੇ ਜੋ ਦੇਸੀ ਘੀ ਦੀ ਡਿਮਾਂਡ ਹੈ ਉਹ ਘੱਟ ਜਾਏਗੀ, ਉਹਦੀ ਜਗ੍ਹਾ 'ਤੇ ਆਇਲ ਦੀ ਡਿਮਾਂਡ ਵੱਧ ਜਾਏਗੀ। ਮਤਲਬ ਕਿ ਜਦੋਂ ਦੇਸੀ ਘੀ ਦਾ ਪ੍ਰਾਈਸ ਵਧਿਆ ਤਾਂ ਉਹਦੇ ਕਰਕੇ ਆਇਲ ਦੀ ਡਿਮਾਂਡ ਵਿੱਚ ਵਾਧਾ ਹੋਇਆ, ਮਸਟਰਡ ਆਇਲ ਦੀ ਡਿਮਾਂਡ ਵਿੱਚ ਵਾਧਾ ਹੋ ਗਿਆ, ਤਾਂ ਇਹ ਕੀ ਹੈ, ਪੋਜ਼ੀਟਿਵ ਰਿਲੇਸ਼ਨ ਹੈ। ਉਸੇ ਤਰ੍ਹਾਂ ਅਗਰ ਆਪਾਂ ਦੇਖੀਏ ਕੰਪਲੀਮੈਂਟਰੀ ਗੁੱਡਸ ਨੇ ਤਾਂ ਉਹਨਾਂ ਵਿੱਚ ਨੈਗੇਟਿਵ ਰਿਲੇਸ਼ਨ ਹੁੰਦਾ ਹੈ। ਕੰਪਲੀਮੈਂਟਰੀ ਗੁੱਡਸ ਕੀ ਹੁੰਦੀਆਂ ਨੇ, ਜੋ ਗੁੱਡਸ ਇੱਕ ਦੂਸਰੇ ਨੂੰ ਕੰਪਲੀਟ ਕਰਦੀਆਂ ਨੇ ਉਹਨਾਂ ਨੂੰ ਕੰਪਲੀਮੈਂਟਰੀ ਗੁੱਡਸ ਕਿਹਾ ਜਾਂਦਾ ਹੈ। ਜਿਵੇਂ ਪੈਟਰੋਲ ਬਾਈਕ ਹੋ ਗਈ, ਜਾਂ ਫਿਰ ਇੰਕ ਤੇ ਪੈਨ ਹੋ ਗਿਆ। ਜਦੋਂ ਇੱਕ ਚੀਜ਼ ਦਾ ਪ੍ਰਾਈਸ ਵਧੇਗਾ ਤਾਂ ਉਹਦੇ ਨਾਲ ਦੂਸਰੀ ਚੀਜ਼ ਦੀ ਡਿਮਾਂਡ ਵੀ ਘਟ ਜਾਏਗੀ, ਇਸ ਕਰਕੇ ਉਹਦੇ ਪ੍ਰਾਈਸ ਤੇ ਦੂਸਰੀ ਚੀਜ਼ ਦੀ ਜੋ ਡਿਮਾਂਡ ਹੈ ਉਹਨਾਂ ਦਾ ਨੈਗੇਟਿਵ ਰਿਲੇਸ਼ਨ ਹੁੰਦਾ ਹੈ। ਮੰਨ ਲਓ ਕਿ ਪੈਨ ਦੇ ਪ੍ਰਾਈਸ ਇਨਕਰੀਜ਼ ਹੋ ਗਏ ਤਾਂ ਇੰਕ ਦੀ ਡਿਮਾਂਡ ਵੀ ਘਟ ਜਾਏਗੀ, ਮਤਲਬ ਕਿ ਦੋਨਾਂ ਦਾ ਨੈਗੇਟਿਵ ਰਿਲੇਸ਼ਨ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਜੋ ਵਾਈ ਜੋ ਆਪਾਂ ਡਿਟਰਮੀਨੈਂਟ ਲਿਆ ਉਹਦਾ ਕੀ ਮਤਲਬ ਹੈ। ਇਹਦਾ ਮਤਲਬ ਹੈ ਇਨਕਮ ਆਫ ਦਾ ਕੰਜ਼ਿਊਮਰ। ਜੋ ਵੀ ਕੰਜ਼ਿਊਮਰ ਹੈ ਉਹਦੀ ਇਨਕਮ ਬਹੁਤ ਮੈਟਰ ਕਰਦੀ ਹੈ। ਅਗਰ ਤੁਹਾਡੀ ਇਨਕਮ ਜ਼ਿਆਦਾ ਤਾਂ ਤੁਸੀਂ ਚੀਜ਼ਾਂ ਜ਼ਿਆਦਾ ਖਰੀਦੋਗੇ, ਕਿਸ ਤਰ੍ਹਾਂ ਦੀਆਂ ਚੀਜ਼ਾਂ ਖਰੀਦੋਗੇ, ਵਧੀਆ ਖਰੀਦੋਗੇ, ਘਟੀਆ ਖਰੀਦੋਗੇ, ਇਹ ਸਭ ਤੁਹਾਡੀ ਇਨਕਮ 'ਤੇ ਬਹੁਤ ਡਿਪੈਂਡ ਕਰਦਾ ਹੈ। ਇਨਕਮ ਬਹੁਤ ਮੈਟਰ ਕਰਦੀ ਹੈ ਡਿਮਾਂਡ ਨੂੰ ਅਫੈਕਟ ਕਰਨ ਲਈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਨਾਰਮਲ ਗੁੱਡਸ ਦੀ। ਨਾਰਮਲ ਗੁੱਡਸ ਕੀ ਹੁੰਦੀਆਂ ਨੇ, ਇਹਨਾਂ ਦਾ ਜੋ ਕੰਜ਼ਿਊਮਰ ਦੀ ਇਨਕਮ ਨਾਲ ਪੋਜ਼ੀਟਿਵ ਰਿਲੇਸ਼ਨ ਹੁੰਦਾ ਹੈ। ਨਾਰਮਲ ਗੁੱਡਸ ਹੁੰਦੀਆਂ ਕਿ ਜਦੋਂ ਵੀ ਕਿਸੇ ਵਿਅਕਤੀ ਦੀ ਇਨਕਮ ਇਨਕਰੀਜ਼ ਹੁੰਦੀ ਹੈ, ਵੱਧਦੀ ਹੈ, ਤਾਂ ਉਹਦੇ ਕਰਕੇ ਜੋ ਨਾਰਮਲ ਗੁੱਡਸ ਜਿਨ੍ਹਾਂ ਵੀ ਚੀਜ਼ਾਂ ਦੀ ਉਹ ਖਰੀਦ ਜ਼ਿਆਦਾ ਕਰਨ ਲੱਗ ਜਾਂਦਾ ਹੈ ਉਹ ਨਾਰਮਲ ਗੁੱਡਸ ਹੁੰਦੀਆਂ ਨੇ। ਉਹਨਾਂ ਕਰਕੇ ਉਸੇ ਤਰ੍ਹਾਂ ਇਨਕਮ ਦਾ ਅਤੇ ਉਹਨਾਂ ਜੋ ਨਾਰਮਲ ਗੁੱਡਸ ਦਾ ਜੋ ਡਿਮਾਂਡ ਹੈ ਉਹਨਾਂ ਦਾ ਪੋਜ਼ੀਟਿਵ ਰਿਲੇਸ਼ਨ ਹੁੰਦਾ ਹੈ। ਇਹਦੇ ਨਾਰਮਲ ਗੁੱਡਸ ਦੇ ਅੰਡਰ ਆਪਾਂ ਦੇਖ ਸਕਦੇ ਹਾਂ ਕਲੋਥਸ ਆਉਂਦੇ ਨੇ, ਜਾਂ ਫਿਰ ਮੈਗੀ ਹੋ ਗਈ, ਨੂਡਲਸ ਹੋ ਗਏ, ਇਹ ਨਾਰਮਲ ਗੁੱਡਸ ਨੇ। ਜਦੋਂ ਆਪਣੀ ਇਨਕਮ ਵੱਧ ਜਾਂਦੀ ਹੈ ਤਾਂ ਆਪਾਂ ਇਹਨਾਂ ਦੀ ਕੰਜ਼ੰਪਸ਼ਨ ਜ਼ਿਆਦਾ ਕਰਨ ਲੱਗ ਜਾਂਦੇ ਹਾਂ। ਜੂਸ ਹੋ ਗਏ, ਕੋਲਡ ਡਰਿੰਕਸ ਵਗੈਰਾ ਹੋ ਗਏ, ਇਹ ਸਾਰੀਆਂ ਨਾਰਮਲ ਗੁੱਡਸ ਨੇ। ਨੈਕਸਟ ਹੈ ਇਨਫੀਰੀਅਰ ਗੁੱਡਸ। ਜਦੋਂ ਵੀ ਕਿਸੇ ਵਿਅਕਤੀ ਦੀ ਇਨਕਮ ਵੱਧਦੀ ਹੈ ਤਾਂ ਇਨਫੀਰੀਅਰ ਗੁੱਡਸ ਦੀ ਡਿਮਾਂਡ ਘੱਟ ਜਾਂਦੀ ਹੈ, ਇਹਨਾਂ ਦਾ ਨੈਗੇਟਿਵ ਰਿਲੇਸ਼ਨ ਹੈ। ਹੁਣ ਇਨਫੀਰੀਅਰ ਗੁੱਡਸ ਕੀ ਨੇ, ਇਨਫੀਰੀਅਰ ਦਾ ਮਤਲਬ ਘਟੀਆ ਚੀਜ਼ਾਂ। ਅਗਰ ਆਪਾਂ ਪਹਿਲਾਂ ਕੋਈ ਸਿੰਪਲ ਆਇਲ ਯੂਜ਼ ਕਰ ਰਹੇ ਹਾਂ, ਆਪਣੀ ਇਨਕਮ ਘੱਟ ਹੈ, ਆਪਾਂ ਮਸਟਰਡ ਆਇਲ ਯੂਜ਼ ਕਰ ਰਹੇ ਹਾਂ, ਆਪਾਂ ਸਰੋਂ ਦਾ ਤੇਲ ਯੂਜ਼ ਕਰ ਰਹੇ ਹਾਂ ਸਬਜ਼ੀ ਲਈ ਜਾਂ ਹੋਰ ਵਰਤੋਂ ਵਿੱਚ ਲਿਆਉਣ ਲਈ, ਪਰ ਹੁਣ ਆਪਣੀ ਇਨਕਮ ਇਨਕਰੀਜ਼ ਹੋ ਗਈ, ਆਪਾਂ ਉਹਦੀ ਜਗ੍ਹਾ 'ਤੇ ਜੈਤੂਨ ਦਾ ਤੇਲ, ਓਲੀਵ ਆਇਲ ਵਗੈਰਾ ਯੂਜ਼ ਕਰਾਂਗੇ, ਅੱਛਾ ਰਿਫਾਇੰਡ ਆਇਲ ਯੂਜ਼ ਕਰਾਂਗੇ। ਸੋ ਜਦੋਂ ਆਪਾਂ ਆਪਣੀ ਇਨਕਮ ਘੱਟ ਸੀ ਤਾਂ ਆਪਾਂ ਨੋਰਮਲ ਜਿਹਾ ਤੇਲ ਯੂਜ਼ ਕਰ ਰਹੇ ਸੀ ਸਬਜ਼ੀ ਬਣਾਉਣ ਲਈ ਜਾਂ ਹੋਰ ਚੀਜ਼ਾਂ ਲਈ, ਪਰ ਜਦੋਂ ਇਨਕਮ ਇਨਕਰੀਜ਼ ਹੋ ਗਈ ਤਾਂ ਆਪਾਂ ਵਧੀਆ ਕੁਆਲਿਟੀ ਦਾ ਆਇਲ ਯੂਜ਼ ਕਰਨ ਲੱਗ ਗਏ। ਤਾਂ ਕੀ ਹੋਇਆ, ਉਹ ਜਦੋਂ ਇਨਕਮ ਇਨਕਰੀਜ਼ ਹੋਈ ਤਾਂ ਜੋ
ਇਨਫੀਰੀਅਰ ਗੁੱਡ ਸੀ ਉਹਦੀ ਡਿਮਾਂਡ ਘਟ ਗਈ, ਉਹਦੀ ਜਗ੍ਹਾ ਤੇ ਵਧੀਆ ਜੋ ਸੁਪੀਰੀਅਰ ਗੁੱਡ ਹੈ ਉਹਦੀ ਡਿਮਾਂਡ ਵੱਧ ਗਈ। ਮੰਨ ਲਓ ਆਪਣੀ ਇਨਕਮ ਘੱਟ ਹੈ, ਆਪਣੇ ਕੋਲ ਘਟੀਆ ਮਤਲਬ ਕੋਈ ਚੀਜ਼ ਹੈ, ਪਰ ਹੁਣ ਆਪਣੀ ਇਨਕਮ ਵੱਧ ਗਈ ਤਾਂ ਆਪਾਂ ਉਹਦੀ ਜਗ੍ਹਾ ਤੇ ਵਧੀਆ ਚੀਜ਼ ਯੂਜ਼ ਕਰ ਰਹੇ ਹਾਂ, ਤਾਂ ਇਨਫੀਰੀਅਰ ਗੁੱਡ ਤੇ ਇਨਕਮ ਜੋ ਕੰਜ਼ਿਊਮਰ ਦੀ ਹੈ ਉਹਨਾਂ ਦਾ ਨੈਗੇਟਿਵ ਰਿਲੇਸ਼ਨ ਹੈ। ਨੈਕਸਟ ਹੈ ਨਸੈਸਰੀਜ਼ ਆਫ ਲਾਈਫ। ਨਸੈਸਰੀ ਜੋ ਸਾਡੀਆਂ ਜ਼ਰੂਰਤਾਂ ਨੇ, ਅਸੀਂ ਡੇਲੀ ਲਾਈਫ ਵਿੱਚ ਯੂਜ਼ ਕਰਦੇ ਹੀ ਕਰਦੇ ਹਾਂ, ਉਹ ਆਲਮੋਸਟ ਕੌਨਸਟੈਂਟ ਰਹਿੰਦੀਆਂ ਨੇ। ਜਿਵੇਂ ਨਮਕ ਹੋ ਗਿਆ, ਮਿਰਚ ਹੋ ਗਈ, ਹਲਦੀ ਹੋ ਗਈ ਜਾਂ ਮਸਾਲੇ ਜੋ ਨੋਰਮਲ ਆਪਣੀਆਂ ਲਾਈਫ ਦੀਆਂ ਚੀਜ਼ਾਂ ਨੇ, ਇਹ ਚਾਹੇ ਇਨਕਮ ਵਧੇ ਚਾਹੇ ਘਟੇ ਇਹਨਾਂ 'ਤੇ ਜ਼ਿਆਦਾ ਇਫੈਕਟ ਨਹੀਂ ਪੈਂਦਾ। ਲਾਈਟਰਸ ਹੋ ਗਏ, ਗੈਸ ਹੋ ਗਈ, ਇਹ ਸਭ ਨਸੈਸਰੀਜ਼ ਨੇ ਲਾਈਫ ਦੀਆਂ, ਅੱਜ ਕੱਲ੍ਹ ਨਸੈਸਰੀਜ਼ ਬਣ ਗਈਆਂ ਨੇ। ਸੋ ਇਹਨਾਂ 'ਤੇ ਬਹੁਤ ਜ਼ਿਆਦਾ ਇਨਕਮ ਦਾ ਇਫੈਕਟ ਨਹੀਂ ਪੈਂਦਾ, ਚਾਹੇ ਉਹਦੀ ਇਨਕਮ ਕਿੰਨੀ ਵੀ ਹੋਏ। ਅਗਰ ਉਹਨੂੰ ਖਾਣਾ ਚਾਹੀਦਾ ਹੈ ਤਾਂ ਚਾਹੀਦਾ ਹੀ ਚਾਹੀਦਾ ਹੈ। ਅਗਰ ਚਾਹੇ ਆਪਣੀ ਇਨਕਮ ਘੱਟ ਹੋਏ ਚਾਹੇ ਵੱਧ ਹੋਏ, ਆਪਾਂ ਜਿੰਨਾ ਆਪਣੇ ਵੀਟ ਹੈ, ਆਪਣੀ ਕਣਕ ਜਿੰਨੀ ਵੀ ਯੂਜ਼ ਹੁੰਦੀ ਹੈ ਓਨੀ ਹੀ ਹੋਏਗੀ, ਆਪਾਂ ਘਟਾ ਜਾਂ ਵਧਾ ਨਹੀਂ ਸਕਦੇ। ਸੋ ਇਹ ਨਸੈਸਰੀਜ਼ ਨੇ ਲਾਈਫ ਦੀਆਂ, ਸੋ ਇਹਨਾਂ 'ਤੇ ਜ਼ਿਆਦਾ ਇਫੈਕਟ ਨਹੀਂ ਪੈਂਦਾ ਇਨਕਮ ਦਾ। ਨੈਕਸਟ ਜੋ ਡਿਟਰਮੀਨੈਂਟ ਹੈ ਟੀ, ਇਹਦਾ ਕੀ ਮਤਲਬ ਹੈ? ਇਹ ਆਪਾਂ ਲੈਂਦੇ ਹਾਂ ਟੇਸਟ ਐਂਡ ਪ੍ਰੈਫਰੈਂਸਿਸ ਕੀ ਨੇ ਕੰਜ਼ਿਊਮਰ ਦੀਆਂ, ਕਿਸੇ ਵੀ ਵਿਅਕਤੀ ਨੂੰ ਕੀ ਪਸੰਦ ਹੈ ਕੀ ਉਹਨੂੰ ਨਹੀਂ ਪਸੰਦ ਹੈ, ਇਹ ਸਭ ਬਹੁਤ ਮੈਟਰ ਕਰਦਾ ਹੈ ਉਹਦੀ ਡਿਮਾਂਡ ਲਈ। ਸੋ ਉਹਦੇ ਕੀ ਟੇਸਟ ਨੇ, ਕਿ ਉਹ ਮਾਡਰਨ ਹੈ ਜਾਂ ਫਿਰ ਉਹ ਟ੍ਰੈਡੀਸ਼ਨਲ ਹੈ, ਕਿਸ ਤਰ੍ਹਾਂ ਦੀਆਂ ਖਾਣ ਪੀਣ ਹੈ ਉਸਦਾ, ਕਿਸ ਤਰ੍ਹਾਂ ਦੀਆਂ ਚੀਜ਼ਾਂ ਉਸਨੂੰ ਪਸੰਦ ਨੇ, ਕਿ ਉਸਨੂੰ ਮੂਵੀ ਵੇਖਣਾ ਪਸੰਦ ਹੈ, ਕਿ ਉਸਨੂੰ ਟੂਰਿਜ਼ਮ ਪਸੰਦ ਹੈ, ਟ੍ਰਿਪਸ 'ਤੇ ਜਾਣਾ ਪਸੰਦ ਹੈ, ਰੈਸਟੋਰੈਂਟਸ ਵਿੱਚ ਖਾਣਾ ਪਸੰਦ ਹੈ ਜਾਂ ਟ੍ਰੈਡੀਸ਼ਨਲ ਜ਼ਿੰਦਗੀ ਜੀਣਾ ਪਸੰਦ ਹੈ। ਇਹ ਸਭ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ ਕਿਸੇ ਵੀ ਚੀਜ਼ ਦੀ ਡਿਮਾਂਡ ਲਈ। ਹੁਣ ਨੈਕਸਟ ਹੈ ਐਕਸਪੈਕਟੇਸ਼ਨਸ ਆਫ ਪ੍ਰਾਈਸ ਚੇਂਜ ਇਨ ਫਿਊਚਰ। ਅਗਰ ਤਾਂ ਆਉਣ ਵਾਲੇ ਸਮੇਂ ਵਿੱਚ ਅਗਰ ਆਪਾਂ ਦੇਖੀਏ, ਆਪਾਂ ਨੂੰ ਪਤਾ ਲੱਗ ਜਾਏ ਕਿ ਅੱਜ ਜੋ ਚੀਨੀ ਹੈ, ਜੋ ਖੰਡ ਹੈ, ਸ਼ੂਗਰ ਹੈ, ਇਹਦਾ ਜੋ ਅੱਜ ਰੇਟ ਹੈ ਇਹ 30 ਰੁਪੀਜ਼ ਹੈ, 30 ਰੁਪੀਜ਼ ਪਰ ਕੇਜੀ ਹੈ, ਪਰ ਕਿਲੋ 30 ਰੁਪਏ ਹੈ। ਅਗਰ ਆਪਾਂ ਨੂੰ ਇਹ ਪਤਾ ਲੱਗ ਜਾਏ ਕਿ ਆਉਣ ਵਾਲੇ 10 ਦਿਨਾਂ ਵਿੱਚ 5 ਦਿਨਾਂ ਵਿੱਚ ਇਹਦੇ ਪ੍ਰਾਈਸਿਸ ਜੋ ਵੱਧ ਕੇ 40 ਰੁਪਏ ਹੋ ਜਾਣਗੇ, ਤਾਂ ਅਗਰ ਆਪਾਂ ਨੂੰ ਅੱਜ ਪਤਾ ਲੱਗਦਾ ਹੈ ਕਿ 40 ਰੁਪਏ ਹੋ ਜਾਣਗੇ, ਤਾਂ ਆਪਾਂ ਕੀ ਕਰਾਂਗੇ? ਫਿਲਹਾਲ ਦੇ ਟਾਈਮ ਵਿੱਚ ਇਹਦੀ ਡਿਮਾਂਡ ਇਨਕਰੀਜ਼ ਕਰ ਦਾਂਗੇ, ਆਪਾਂ ਸਟਾਕ ਕਰਕੇ ਰੱਖਾਂਗੇ ਕਿ ਆਉਣ ਵਾਲੇ ਫਿਊਚਰ ਵਿੱਚ ਜਦੋਂ ਇਹਨਾਂ ਦੇ ਪ੍ਰਾਈਸਿਸ ਇਨਕਰੀਜ਼ ਹੋ ਜਾਣਗੇ ਤਾਂ ਸਾਨੂੰ ਉਸ ਮਹਿੰਗੇ ਰੇਟ 'ਤੇ ਨਾ ਖਰੀਦਣੀ ਪਵੇ, ਸਾਡੇ ਕੋਲ ਇਹਦਾ ਸਟਾਕ ਪਿਆ ਰਵੇ। ਉਸੇ ਤਰ੍ਹਾਂ ਅਗਰ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਚੀਨੀ ਦੇ ਰੇਟ ਆਉਣ ਵਾਲੇ ਫਿਊਚਰ ਵਿੱਚ ਘਟਣ ਵਾਲੇ ਨੇ, ਤਾਂ ਆਪਾਂ ਜਿੱਥੇ ਹੁਣ 5 ਕਿਲੋ ਚੀਨੀ ਲੈਣੀ ਹੈ ਉਹਦੇ ਬਜਾਏ 2 ਕਿਲੋ ਹੀ ਲਵਾਂਗੇ ਜਾਂ 3 ਕਿਲੋ ਲਵਾਂਗੇ, ਕਿ ਹੁਣ ਦਾ ਕੰਮ ਚੱਲ ਜਾਏ, ਜਦੋਂ ਫਿਊਚਰ ਵਿੱਚ ਰੇਟ ਡਾਊਨ ਹੋਣਗੇ ਤਾਂ ਅਸੀਂ ਉਦੋਂ ਲੈ ਕੇ ਰੱਖ ਲਵਾਂਗੇ, ਉਦੋਂ ਆਪਦੀ ਡਿਮਾਂਡ ਨੂੰ ਇਨਕਰੀਜ਼ ਕਰ ਦਾਂਗੇ। ਸੋ ਜੋ ਐਕਸਪੈਕਟੇਸ਼ਨਸ ਹੁੰਦੀਆਂ ਨੇ ਕਿ ਕੀ ਹੋਣ ਵਾਲਾ ਹੈ ਇਨ ਫਿਊਚਰ ਵਿੱਚ, ਡੇਲੀ ਨਿਊਜ਼ ਦੇਖ ਕੇ ਆਪਾਂ ਪ੍ਰੈਡਿਕਸ਼ਨਸ ਕਰ ਸਕਦੇ ਹਾਂ ਕਿ ਰੇਟ ਵਧਣਗੇ ਜਾਂ ਘਟਣਗੇ। ਸੋ ਇਹ ਸਾਰੀਆਂ ਚੀਜ਼ਾਂ ਬਹੁਤ ਅਫੈਕਟ ਕਰਦੀਆਂ ਨੇ ਡਿਮਾਂਡ ਨੂੰ। ਨੈਕਸਟ ਹੈ ਪੀ ਜੋ ਡਿਟਰਮੀਨੈਂਟ ਹੈ, ਇਹ ਕਿਹਨੂੰ ਨੋਟੀਫਾਈ ਕਰਦਾ? ਇਹ ਕਰਦਾ ਜੋ ਸਾਈਜ਼ ਹੈ ਪੋਪੂਲੇਸ਼ਨ ਦਾ ਜਾਂ ਕੰਪੋਜੀਸ਼ਨ ਕੀ ਹੈ ਫੈਮਿਲੀ ਦੀ, ਕਿ ਕਿੰਨੇ ਮੈਂਬਰ ਹੋ ਤੁਸੀਂ ਫੈਮਿਲੀ ਦੇ ਵਿੱਚ, ਜਾਂ ਫਿਰ ਤੁਹਾਡੀ ਫੈਮਿਲੀ ਵਿੱਚ ਕਿੰਨੇ ਬੱਚੇ ਨੇ, ਕਿੰਨੇ ਯੰਗਸਟਰਸ ਨੇ, ਕਿੰਨੇ ਬਜ਼ੁਰਗ ਨੇ, ਉਸ ਹਿਸਾਬ ਨਾਲ ਹੀ ਡਿਮਾਂਡ ਹੁੰਦੀ ਹੈ ਫੈਮਿਲੀ ਦੀ। ਅਗਰ ਤੁਹਾਡੀ ਫੈਮਿਲੀ ਵਿੱਚ ਜ਼ਿਆਦਾ ਬਜ਼ੁਰਗ ਨੇ ਤਾਂ ਤੁਹਾਡੇ ਘਰ ਵਿੱਚ ਜ਼ਿਆਦਾ ਦਵਾਈਆਂ ਦੀ ਜਾਂ ਫਿਰ ਜੋ ਹੈਲਦੀ ਚੀਜ਼ਾਂ ਨੇ ਉਹਨਾਂ ਦੀ ਡਿਮਾਂਡ ਜ਼ਿਆਦਾ ਹੋਏਗੀ। ਅਗਰ ਯੰਗਸਟਰਸ ਨੇ ਤਾਂ ਮੋਬਾਈਲ, ਲੈਪਟਾਪ ਐਟਸੈਟਰਾ, ਇਹ ਸਭ ਚੀਜ਼ਾਂ ਦੀ ਡਿਮਾਂਡ ਜ਼ਿਆਦਾ ਹੋਏਗੀ। ਫੈਸ਼ਨੇਬਲ ਕਲੋਥਸ ਦੀ ਡਿਮਾਂਡ ਜ਼ਿਆਦਾ ਹੋਏਗੀ। ਅਗਰ ਤੁਹਾਡੇ ਘਰ ਵਿੱਚ ਬੱਚੇ ਜ਼ਿਆਦਾ ਨੇ ਤਾਂ ਉਹਨਾਂ ਦੇ ਖਾਣ ਪੀਣ ਦੀਆਂ, ਉਹਨਾਂ ਦੇ ਜੋ ਟੋਇਜ਼ ਵਗੈਰਾ ਹੋਣਗੇ ਉਹਨਾਂ ਦੀ ਡਿਮਾਂਡ ਜ਼ਿਆਦਾ ਹੋਏਗੀ। ਸੋ ਇਹ ਚੀਜ਼ਾਂ ਬਹੁਤ ਅਫੈਕਟ ਕਰਦੀਆਂ ਨੇ ਡਿਮਾਂਡ ਨੂੰ। ਨੈਕਸਟ ਜੋ ਹੈ ਵਾਈ ਡੀ ਜੋ ਨੋਟ ਕਰਦਾ ਹੈ, ਇਹ ਕਿਹਨੂੰ ਕਰਦਾ ਹੈ? ਇਹ ਡਿਸਟ੍ਰੀਬਿਊਸ਼ਨ ਆਫ ਇਨਕਮ, ਕਿਸੇ ਵੀ ਰੀਜਨ, ਕਿਸੇ ਵੀ ਕੰਟਰੀ, ਕਿਸੇ ਵੀ ਏਰੀਆ ਵਿੱਚ ਜੋ ਇਨਕਮ ਦੀ ਡਿਸਟ੍ਰੀਬਿਊਸ਼ਨ ਹੈ, ਆਮਦਨ ਦੀ ਵੰਡ ਹੈ, ਉਹ ਕਿਸ ਤਰ੍ਹਾਂ ਦੀ ਹੈ। ਅਗਰ ਤਾਂ ਆਮਦਨ ਦੀ ਵੰਡ ਅਨਇਕੁਅਲ ਹੈ, ਅਸਮਾਨ ਹੈ, ਅਮੀਰਾਂ ਕੋਲ ਜ਼ਿਆਦਾ ਪੈਸਾ ਹੈ, ਗਰੀਬਾਂ ਕੋਲ ਘੱਟ ਪੈਸਾ ਹੈ, ਤਾਂ ਉਸ ਜਗ੍ਹਾ 'ਤੇ ਜੋ ਲਗਜ਼ਰੀ ਗੁੱਡਸ ਨੇ, ਜਿਵੇਂ ਏਸੀ ਹੋ ਗਿਆ, ਆਟੋਮੈਟਿਕ ਮਸ਼ੀਨਸ ਹੋ ਗਈਆਂ, ਵੈਬ ਕੈਮਰਾਜ਼ ਹੋ ਗਏ, ਇਹ ਸਭ ਲਗਜ਼ਰੀ ਗੁੱਡਸ ਨੇ, ਇਹਨਾਂ ਦੀ ਡਿਮਾਂਡ ਜ਼ਿਆਦਾ ਹੋਏਗੀ। ਪਰ ਅਗਰ ਕਿਸੇ ਰੀਜਨ ਵਿੱਚ, ਕਿਸੇ ਕੰਟਰੀ ਵਿੱਚ, ਕਿਸੇ ਸੁਸਾਇਟੀ ਵਿੱਚ ਅਗਰ ਤਾਂ ਉਹਨਾਂ ਦੇ ਗਰੀਬ ਅਤੇ ਅਮੀਰਾਂ ਵਿੱਚ ਬਹੁਤਾ ਫਰਕ ਨਹੀਂ ਹੈ, ਬਹੁਤਾ ਗੈਪ ਨਹੀਂ ਹੈ, ਤਾਂ ਉੱਥੇ ਲਗਜ਼ਰੀਜ਼ ਦੀ ਡਿਮਾਂਡ ਘੱਟ ਹੋਏਗੀ। ਸਗੋਂ ਕੰਫਰਟਸ ਹੋ ਗਏ ਜਾਂ ਉਹਨਾਂ ਦੀ ਨਸੈਸਰੀਜ਼ ਹੋ ਗਈਆਂ, ਨੋਰਮਲ ਗੁੱਡਸ ਹੋ ਗਈਆਂ, ਉਹਨਾਂ ਦੀ ਡਿਮਾਂਡ ਜ਼ਿਆਦਾ ਹੋਏਗੀ। ਸੋ
ਹੁਣ ਤੱਕ ਆਪਾਂ ਦੇਖਿਆ ਕਿ ਡਿਮਾਂਡ ਕੀ ਹੈ, ਇਹਨੂੰ ਕਿਹੜੇ ਫੈਕਟਰਸ ਅਫੈਕਟ ਕਰਦੇ ਨੇ, ਕਿਸ ਤਰ੍ਹਾਂ ਇਹ ਚੇਂਜ ਹੁੰਦੀ ਹੈ, ਸਬਸਟੀਟਿਊਟ ਗੁੱਡਸ ਕੀ ਨੇ, ਨਾਰਮਲ ਗੁੱਡਸ ਕੀ ਨੇ, ਕੰਪਲੀਮੈਂਟਰੀ ਗੁੱਡਸ ਕੀ ਨੇ, ਇਨਫੀਰੀਅਰ ਗੁੱਡਸ ਕੀ ਨੇ। ਆਪਾਂ ਇੱਥੋਂ ਇਹ ਸਭ ਜਾਣ ਚੁੱਕੇ ਹਾਂ। ਹੁਣ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਵਾਰ ਦੁਬਾਰਾ ਪੜ੍ਹ ਲੈਣਾ, ਰੀਡ ਕਰ ਲੈਣਾ, ਕਿਉਂਕਿ ਲਾ ਆਫ ਡਿਮਾਂਡ ਵਿੱਚ ਅੱਗੇ ਜੋ ਆਪਾਂ ਥਿਊਰੀਜ਼ ਕਰਨੀਆਂ ਨੇ ਉਹਨਾਂ ਵਿੱਚ ਇਹ ਬਹੁਤ ਇੰਪੋਰਟੈਂਟ ਨੇ। ਉਮੀਦ ਹੈ ਤੁਹਾਨੂੰ ਕੰਸੈਪਟ ਕਲੀਅਰ ਹੋਇਆ ਹੋਏਗਾ ਕਿ ਡਿਮਾਂਡ ਕੀ ਹੈ, ਡਿਜ਼ਾਇਰ, ਵਿਲ ਤੇ ਡਿਮਾਂਡ ਵਿੱਚ ਕੀ ਡਿਫਰੈਂਸ ਹੈ, ਡਿਮਾਂਡ ਤੇ ਕੁਆਂਟੀਟੀ ਡਿਮਾਂਡਡ ਵਿੱਚ ਕੀ ਡਿਫਰੈਂਸ ਹੈ, ਕੀ ਚੀਜ਼ਾਂ ਅਫੈਕਟ ਕਰ ਰਹੀਆਂ ਨੇ, ਕਿਉਂ ਅਫੈਕਟ ਕਰਦੀਆਂ ਨੇ, ਇਹ ਸਭ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਚੈਨਲ ਦੇ ਸਬਸਕ੍ਰਾਈਬ ਕਰਨ ਦੇ ਨਾਲ ਹੀ ਜੋ ਬੈਲ ਬਟਨ ਹੈ ਉਹਨੂੰ ਪ੍ਰੈਸ ਕਰਨਾ ਨਾ ਭੁੱਲੋ, ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨਸ ਮਿਲ ਸਕਣ। ਉਮੀਦ ਹੈ ਤੁਹਾਨੂੰ ਵੀਡੀਓਜ਼ ਪਸੰਦ ਆ ਰਹੀਆਂ ਹੋਣਗੀਆਂ, ਕੰਸੈਪਟ ਕਲੀਅਰ ਹੋ ਰਹੇ ਹੋਣਗੇ, ਤੁਹਾਡੀ ਸਟੱਡੀਜ਼ ਵਿੱਚ ਹੈਲਪਫੁਲ ਹੋ ਰਹੀਆਂ ਹੋਣਗੀਆਂ। ਜੇ ਪਸੰਦ ਆ ਰਹੀਆਂ ਤਾਂ ਪਲੀਜ਼ ਸ਼ੇਅਰ ਕਰੋ, ਲਾਈਕ ਕਰੋ। ਥੈਂਕ ਯੂ ਸੋ ਮਚ।